सत श्री अकाल जी। तुसीं प्राइम मिनिस्टर टैलीविजन देख रहे हो। मैं हाँ सवर्ण सिंह टैण। तो दोस्तों, हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाले जाने तो पहला पंजाब के मौसम की हाल बयानी। अज पूरे पंजाब के चोखी गर्मी सी। मौसम विभाग ने भविष्यवाणी की है कि आउंदे 24 घंटे के भी पंजाब का मौसम गर्म तो खुश्क रहना, यानी कि मीह कणी की हाल की कड़ी संभावना कोई भी नहीं है। हुण जे पहली वड्डी खबर के वाले जाने अज सवेर के वेले तो लैके आथण के 6 वजे तक लगातार ये खबर आउंदियां रहियां कि बीबी हरसिमरत कौर बादल किसी वेले भी केंद्रीय फूड प्रोसैसिंग मंत्री के अहुदे तो अस्तीफा दे सकते हैं, यानी कि केंद्रीय वजारत के विचों बाहर निकल सकते हैं। पर 4 वज गए, 5 वज गए, 6 वज गए, 7 वज गए, अस्तीफे की खबर नहीं सी आई। पर फिर अचानक खबर आउंदी है कि उन्होंने अपने अहुदे तो अस्तीफा दे दिता। हुण यानी कि बीबी हरसिमरत कौर बादल ने जिहड़े वो लोक सभा के मैंबर तो हैगे आ, पर वजारत दे विच हुण नहीं है, केंद्रीय वजारत दे विचों वो बाहर आ गए आ। उन्होंने ये फैसला जरूरी भी सी ते उन्हां दी ये मजबूरी भी सी। ਉਹਦਾ ਕਾਰਨ ਇਹ ਹੈ कि जिस तरीके ਦੇ ਨਾਲ ਹੁਣ ਅਕਾਲੀ ਦਲ ਨੂੰ ਚੌਂ ਪਾਸਿਓਂ ਘੇਰਾ ਪੈਣਾ ਸ਼ੁਰੂ ਹੋਇਆ ਸੀ, जिस तरीके ਦੇ ਨਾਲ किसान ਜਥੇਬੰਦੀਆਂ ਦੇ ਵੱਲੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਸੀ कि ਜਿਹੜੀ ਵੀ ਪਾਰਟੀ ਦਾ ਨੁਮਾਇੰਦਾ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਖੇਤੀ ਆਰਡੀਨੈਂਸ ਦੇ ਹੱਕ ਦੇ ਵਿੱਚ ਬੋਲਿਆ, ਉਹਨਾਂ ਦੇ ਕਿਸੇ ਵੀ ਨੁਮਾਇੰਦੇ ਨੂੰ ਅਸੀਂ ਉਸ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਹੁਣ ਜਦੋਂ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰਦੀਆਂ ਬਾਦਲ ਪਰਿਵਾਰ ਦੇ ਪਿੰਡ ਤੱਕ ਪਹੁੰਚ ਗਈਆਂ, ਪਿੰਡ ਬਾਦਲ ਤੱਕ ਪਹੁੰਚ ਗਈਆਂ, ਉਸ ਤੋਂ ਬਾਅਦ ਉਹਨਾਂ ਦੀ ਚਿੰਤਾ ਦੇ ਵਿੱਚ ਵਾਧਾ ਹੋਣਾ ਕੁਦਰਤੀ ਸੀ। ਜਦੋਂ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਮੈਨੂੰ 8-10 ਦਿਨ ਪਹਿਲਾਂ ਵਾਲੀਆਂ ਕੁਝ ਕੁ ਗੱਲਾਂ ਚੇਤੇ ਆਈਆਂ, ਜਦੋਂ ਵੱਡੇ ਬਾਦਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਗੱਲ ਕਹੀ ਸੀ ਕਿ ਇਹ ਜਿਹੜਾ ਆਰਡੀਨੈਂਸ ਆ ਇਹਦੇ ਲਾਗੂ ਹੋਣ ਨਾਲ MSP ਖਤਮ ਨਹੀਂ ਹੋਣੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੈਪਟਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਕਿਸਾਨਾਂ ਨੂੰ ਭਰਮ ਜਾਲ ਦੇ ਵਿੱਚ ਫਸਾ ਰਹੀ ਹੈ, ਇਹ ਜਾਣਬੁੱਝ ਕੇ ਸਾਰਾ ਕੁਝ ਕਰ ਰਹੀ ਹੈ, ਕੇਂਦਰ ਦੀਆਂ ਨੀਤੀਆਂ ਦੀ ਵਿਰੋਧਤਾ ਕਰਨੀ ਨਹੀਂ ਚਾਹੀਦੀ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਇਹ ਜਿਹੜਾ ਆਰਡੀਨੈਂਸ ਆ ਜੇਕਰ ਇਹ ਲੋਕ ਮਾਰੂ ਹੁੰਦਾ ਤਾਂ ਫਿਰ ਅਸੀਂ ਇਹਦਾ ਸਾਥ ਹੀ ਨਹੀਂ ਸੀ ਦੇਣਾ। ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ। ਉਹਨਾਂ ਨੇ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਲੋਕਾਂ ਦਾ ਧਿਆਨ ਹੋਰ ਮੁੱਦਿਆਂ ਤੋਂ ਲਾਂਭੇ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੇ ਆ। ਆਰਡੀਨੈਂਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਕਿ ਇੱਕ ਹਫ਼ਤਾ ਪਹਿਲਾਂ ਤੱਕ ਤਾਂ ਬਾਦਲ ਪਰਿਵਾਰ ਦੇ ਵੱਖ-ਵੱਖ ਮੈਂਬਰ ਨੇ ਜਿਹੜੇ ਉਹ ਇਸ ਆਰਡੀਨੈਂਸ ਦੇ ਹੱਕ ਦੇ ਵਿੱਚ ਸੀ, ਪਰ ਜਦੋਂ ਪਾਣੀ ਸਿਰ ਤੋਂ ਲੰਘਣ ਲੱਗਿਆ ਤਾਂ ਫਿਰ ਇੱਕਦਮ 2 ਦਿਨ ਪਹਿਲਾਂ ਚੇਤਾ ਆਇਆ ਵੀ ਆਪਾਂ ਇਸ ਆਰਡੀਨੈਂਸ ਦੇ ਖਿਲਾਫ ਹੋ ਜਾਈਏ, ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਰਾਜਨੀਤੀ ਦੇ ਵਿੱਚ ਪੈਰ ਪੱਕੇ ਕਰਨੇ ਫਿਰ ਔਖੇ ਹੋ ਜਾਣੇ ਆ। ਇਸ ਕਰਕੇ ਮੌਕੇ ਦੇ ਉੱਤੇ ਫੈਸਲਾ ਕੀਤਾ ਗਿਆ ਕੋਰ ਕਮੇਟੀ ਦੇ ਵੱਲੋਂ ਕਿ ਆਪਾਂ ਕਿਹੜੇ ਰਾਹ ਦੇ ਉੱਤੇ ਤੁਰਨਾ। ਰਾਹ ਇਹ ਚੁਣਿਆ ਗਿਆ ਜੀ ਕਿ ਆਪਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖਿਲਾਫਤ ਕਰਨੀ ਹੈ ਇਸ ਆਰਡੀਨੈਂਸ ਦੀ। ਫਿਰ ਉਸ ਤੋਂ ਬਾਅਦ ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਦਸਤਖਤਾਂ ਵਾਲੀ ਇੱਕ ਚਿੱਠੀ ਜਾਰੀ ਹੋਈ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਵੋਟਿੰਗ ਦੇ ਮੌਕੇ ਕੋਈ ਵੀ ਅਕਾਲੀ ਦਲ ਦਾ ਰਾਜ ਸਭਾ ਦਾ ਮੈਂਬਰ ਤੇ ਲੋਕ ਸਭਾ ਦਾ ਮੈਂਬਰ ਹੱਕ ਦੇ ਵਿੱਚ ਵੋਟ ਨਹੀਂ ਪਾਊਗਾ, ਵਿਰੋਧ ਕਰੂਗਾ। ਇਹਨੂੰ ਵਿਪ ਜਾਰੀ ਕਰ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਭਾਵੇਂ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਗਏ ਆ, ਪਰ ਫਿਰ ਵੀ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਖਿਲਾਫਤ ਕਰਨੀ ਸੀ ਤੇ ਕਰਨੀ ਵੀ ਬਣਦੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਅਕਾਲੀ ਦਲ ਨੂੰ ਸਖਤ ਸਟੈਂਡ ਲੈਣ ਵਾਸਤੇ ਮਜਬੂਰ ਹੋਣਾ ਪਿਆ। ਪਰ ਕੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜਿਹੜਾ ਅੱਜ ਅਸਤੀਫਾ ਦੇ ਦਿੱਤਾ ਗਿਆ, ਇਹਦਾ ਦੋਵਾਂ ਪਾਰਟੀਆਂ ਦੇ ਰਿਸ਼ਤੇ ਦੇ ਉੱਤੇ ਕੋਈ ਅਸਰ ਪਊਗਾ? 9 ਤੇ ਮਾਸ ਦਾ ਰਿਸ਼ਤਾ ਜਿਹੜਾ ਉਹ ਟੁੱਟ ਜਾਊਗਾ ਜਾਂ ਇਉਂ ਜਿਹਾ ਹੀ ਰਹੂਗਾ ਵਿੱਚ ਵਿਚਾਲੇ ਲਟਕਦਾ ਜਾ? ਹੁਣ ਸਵਾਲ ਉਸ ਤੋਂ ਅਗਲਾ ਇਹ ਪੈਦਾ ਹੁੰਦਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਕਿਹਾ ਜੀ ਕਿ ਭਾਜਪਾ ਨੂੰ ਬਾਹਰੋਂ ਸਮਰਥਨ ਦਿੰਦੇ ਰਵਾਂਗੇ, ਭਾਜਪਾ ਦੀ ਸਰਕਾਰ ਆ ਇਸ ਵਕਤ ਆਪਾਂ ਜਾਣਦੇ ਦੇਸ਼ ਦੇ ਵਿੱਚ, ਕੀ ਉਹਨਾਂ ਨੂੰ ਬਾਹਰੋਂ ਸਮਰਥਨ ਦੀ ਲੋੜ ਹੈ? ਕੀ ਉਹਨਾਂ ਨੂੰ ਇਹ ਜਾਪਦਾ ਹੋਊਗਾ ਕਿ ਅਕਾਲੀ ਦਲ ਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਜਾਂ ਆਉਂਦੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਫਿਰ ਪਹਿਲਾਂ ਵਾਂਗੂ ਹੋ ਜਾਣਾ? ਸੋਚਣਾ ਵਿਚਾਰਨਾ ਇਹ ਬਣਦਾ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਲੋਕ ਸਭਾ ਦੇ ਵਿੱਚ ਆਪਾਂ ਜਾਣਦੇ ਹਾਂ ਜੀ ਕਿ ਖੇਤੀ ਆਰਡੀਨੈਂਸ ਪਾਸ ਹੋ ਗਿਆ। ਹੁਣ ਇਸ ਬਿੱਲ ਨੇ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੇ ਵਿੱਚ ਜਾਣਾ, ਜੇਕਰ ਉੱਥੇ ਮੋਹਰ ਲੱਗ ਜਾਂਦੀ ਹੈ ਫਿਰ ਰਾਸ਼ਟਰਪਤੀ ਦੇ ਕੋਲੇ ਜਾਣਾ, ਤੇ ਜੇਕਰ ਉੱਥੇ ਮੋਹਰ ਲੱਗ ਜਾਂਦੀ ਹੈ ਤਾਂ ਫਿਰ ਇਹਨੇ ਬਿੱਲ ਨੇ ਅਮਲੀ ਰੂਪ ਦੇ ਵਿੱਚ ਲਾਗੂ ਹੋ ਜਾਣਾ। ਪਰ ਜਿਸ ਤਰੀਕੇ ਨਾਲ ਬਿੱਲ ਲਾਗੂ ਕਰ ਦਿੱਤੇ ਗਏ ਆ ਜਾਂ ਜਿਸ ਤਰੀਕੇ ਨਾਲ ਬਿੱਲ ਨੂੰ ਪਾਸ ਕਰ ਦਿੱਤਾ ਗਿਆ, ਇਹ ਕੋਈ ਚੰਗੀ ਖਬਰ ਨਹੀਂ ਆ। ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਇਹ ਕਿਸਾਨ ਪੱਖੀ ਆ, ਬਾਕੀ ਵੱਖ-ਵੱਖ ਪਾਰਟੀਆਂ ਤੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਇਹ ਲੋਕ ਮਾਰੂ ਤੇ ਕਿਸਾਨ ਮਾਰੂ ਆ। ਇਹਦੇ ਪਿੱਛੇ ਕਾਰਨ ਇਹ ਆ ਵੀ ਕਿਸਾਨਾਂ ਨੂੰ ਹਾਲੇ ਤੱਕ ਭਰੋਸੇ ਦੇ ਵਿੱਚ ਵੀ ਨਹੀਂ ਲਿਆ ਗਿਆ, ਤੇ ਜਿਹੜੀਆਂ ਗੱਲਾਂ ਕਿਸਾਨਾਂ ਦੇ ਵੱਲੋਂ ਤੇ ਬਾਕੀ ਪਾਰਟੀਆਂ ਦੇ ਵੱਲੋਂ ਕਹੀਆਂ ਗਈਆਂ, ਬੀਜੇਪੀ ਨੇ ਉਹਦੇ ਉੱਤੇ ਅਮਲ ਕਰਨਾ ਉਚਿਤ ਵੀ ਨਹੀਂ ਸਮਝਿਆ। ਉਹਦੇ ਪਿੱਛੇ ਕਾਰਨ ਇਹ ਹੈ ਕਿ ਬੀਜੇਪੀ ਨੂੰ ਜਾਪਦਾ ਵੀ ਤਕੜੇ ਦਾ 27ਵੀਂ ਹੀ 100 ਹੁੰਦਾ, ਜਿਵੇਂ ਸਾਨੂੰ ਸੂਤ ਲੱਗਦਾ ਉਵੇਂ ਕਰਾਂਗੇ, ਸਾਡੇ ਮੂਹਰੇ ਬੋਲਣ ਵਾਲਾ ਕੁਸਕਣ ਵਾਲਾ ਹੈ ਕੌਣ? ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਉਂ ਦਿੱਤਾ ਅਸਤੀਫਾ, ਤੇ ਅਸਤੀਫਾ ਦੇਣ ਤੋਂ ਬਾਅਦ ਕਿਹੜੀਆਂ ਗੱਲਾਂ ਕਹੀਆਂ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਕਿ ਮੈਂ ਕੇਂਦਰੀ ਕੈਬਨਿਟ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਆਪਣੇ ਕਿਸਾਨਾਂ ਦੇ ਨਾਲ ਭੈਣ ਤੇ ਬੇਟੀ ਦੇ ਤੌਰ ਦੇ ਉੱਤੇ ਖੜੀ ਹੋਈ ਹਾਂ।
ਇੱਥੇ ਵੀ ਦੱਸਣਾ ਬਣਦਾ ਹੈ ਕਿ ਪਾਰਟੀ ਦੇ ਪ੍ਰਧਾਨ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਦੇ ਵਿੱਚ ਐਲਾਨ ਕੀਤਾ ਸੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣਾ ਅਹੁਦਾ ਛੱਡਣਗੇ। ਬਾਦਲ ਨੇ ਕਿਹਾ ਸੀ ਕਿ ਬਿੱਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਲਗਾਤਾਰ ਗੁੱਸੇ ਦੀ ਭਾਵਨਾ ਵੱਧਦੀ ਜਾ ਰਹੀ ਹੈ। ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕੀਤਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ। ਮੈਂ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਕਿ MSP ਤੇ ਸਰਕਾਰੀ ਖਰੀਦ ਦਾ ਪ੍ਰਬੰਧ ਬਣਿਆ ਰਹੇਗਾ। ਇਸ ਖੇਤੀ ਸੁਧਾਰ ਦੇ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਦੇ ਲਈ ਨਵੇਂ-ਨਵੇਂ ਮੌਕੇ ਮਿਲਣਗੇ, ਜਿਹਦੇ ਨਾਲ ਵੱਧ ਮੁਨਾਫਾ ਹੋਵੇਗਾ। ਇਹਦੇ ਨਾਲ ਸਾਡੇ ਖੇਤੀ ਖੇਤਰ ਦੇ ਵਿੱਚ ਜਿੱਥੇ ਆਧੁਨਿਕ ਤਕਨਾਲੋਜੀ ਦਾ ਲਾਭ ਮਿਲੇਗਾ, ਉੱਥੇ ਅੰਨਦਾਤਾ ਵੀ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਹੋਵੇਗਾ। ਹਾਲਾਂਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਵੀ ਹੈ। ਬਾਵਜੂਦ ਇਸ ਦੇ ਉਹਨਾਂ ਦੀ ਪਾਰਟੀ ਦੇ ਨੇਤਾਵਾਂ ਨੇ BJP ਦੀ ਇਸ ਨੀਤੀ ਦੇ ਉੱਤੇ ਵਿਰੋਧ ਪ੍ਰਗਟਾਇਆ ਤੇ ਅੱਜ ਹਰਸਿਮਰਤ ਕੌਰ ਬਾਦਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਜਿਹੜੇ ਵੀ ਬਿੱਲ ਸਦਨ ਦੇ ਵਿੱਚ ਪੇਸ਼ ਕੀਤੇ ਗਏ ਨੇ ਉਹ 50 ਸਾਲ ਦੀ ਉਸ ਮਿਹਨਤ ਨੂੰ ਖਤਮ ਕਰ ਦੇਣਗੇ ਜੋ ਸੂਬਾ ਸਰਕਾਰ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਦੇ ਉੱਤੇ ਸਮਾਂ ਲਾਇਆ। ਇਸ ਤੋਂ ਪਹਿਲਾਂ ਬਾਦਲ ਨੇ ਚਰਚਾ ਦੌਰਾਨ ਸਦਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਬਿੱਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਫਿਕਰ ਵੱਧ ਰਿਹਾ। ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਇਸ ਬਿੱਲ ਦੇ ਨਾਂ ਦੇ ਉੱਤੇ ਰਾਜਨੀਤੀ ਵੀ ਜ਼ੋਰ ਸ਼ੋਰ ਦੇ ਉੱਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸੜਕਾਂ ਨੂੰ ਘੇਰਿਆ ਜਾ ਰਿਹਾ, ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ 24 ਤੋਂ ਲੈ ਕੇ 26 ਤਰੀਕ ਤੱਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਟੂ ਲਿਟਲ ਟੂ ਲੇਟ, ਯਾਨੀ ਕਿ ਇਹ ਬਹੁਤ ਦੇਰੀ ਨਾਲ ਕੀਤਾ ਗਿਆ ਫੈਸਲਾ ਜਿਹੜਾ ਕਿ ਤੁਹਾਡੇ ਕਿਸੇ ਕੰਮ ਅਰਥ ਆਉਣਾ ਨਹੀਂ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਡਰਾਮਾ, ਬਾਹਰੋਂ ਅਸੀਂ ਸਮਰਥਨ ਦੇਵਾਂਗੇ ਉੱਦਾਂ ਅਸੀਂ ਕੁਰਸੀ ਛੱਡਦੇ ਹਾਂ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸਾਨਾਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਦਬਾਅ ਬਣਾਉਣ ਤੋਂ ਬਾਅਦ ਹੀ ਬੀਬੀ ਹਰਸਿਮਰਤ ਕੌਰ ਬਾਦਲ ਆ ਜਿਹੜੇ ਉਹ ਅਸਤੀਫਾ ਦੇਣ ਵਾਸਤੇ ਮਜਬੂਰ ਹੋਏ ਆ, ਨਹੀਂ ਤਾਂ ਇਹਨਾਂ ਦਾ ਅਸਤੀਫਾ ਦੇਣ ਦਾ ਕੋਈ ਮੂਡ ਨਹੀਂ ਸੀ। ਪਰ ਕੁੱਲ ਮਿਲਾ ਕੇ ਗੱਲ ਹੁਣ ਇਹ ਕਹਿਣੀ ਬਣਦੀ ਹੈ ਕਿ ਕੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਕਿਸਾਨ ਭਾਈਚਾਰਾ ਜਿਹੜਾ ਉਹ ਮੋਹਿਤ ਹੋਊ ਕਿ ਨਹੀਂ ਅਕਾਲੀ ਦਲ ਦੇ ਉੱਤੇ, ਜਿਵੇਂ ਕਿ ਹੁਣ ਤੱਕ ਅਕਾਲੀ ਦਲ ਦੇ ਵੱਲੋਂ ਕਿਸਾਨੀ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਗਿਆ। ਜਿਵੇਂ ਕਿ ਵੱਡੇ ਬਾਦਲ ਸਾਹਿਬ ਦੇ ਬਾਬਤ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਕਿਸਾਨੀ ਦੇ ਮਸੀਹਾ ਹੈਗੇ ਆ, ਪਰ ਜਿਸ ਤਰੀਕੇ ਨਾਲ ਅਸਤੀਫਾ ਦੇਣਾ ਪਿਆ ਇਹ ਅਸਲ ਦੇ ਵਿੱਚ ਦਿੱਤਾ ਨਹੀਂ ਗਿਆ, ਇਹ ਦੇਣਾ ਪਿਆ। ਉਹ ਦੇਣਾ ਇਸ ਕਰਕੇ ਪਿਆ ਕਿਉਂਕਿ ਹੋਰ ਕੋਈ ਰਾਹ ਬਚਿਆ ਨਹੀਂ ਸੀਗਾ। ਪਰ ਕੀ ਇਸ ਅਸਤੀਫੇ ਤੋਂ ਬਾਅਦ ਆਮ ਲੋਕਾਂ ਦਾ ਭਰੋਸਾ ਅਕਾਲੀ ਦਲ ਜਿੱਤਣ ਦੇ ਵਿੱਚ ਸਫਲ ਹੋਊ? ਕੀ ਕਿਸਾਨ ਭਾਈਚਾਰਾ ਪਹਿਲਾਂ ਵਾਂਗੂ ਨਾਲ ਜੁੜੂ? ਹੁਣ ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਕਿਸਾਨੀ ਸਾਡੇ ਲਈ ਪਹਿਲੇ ਨੰਬਰ ਦੇ ਉੱਤੇ ਆ ਤੇ ਬਾਕੀ ਸਾਰੀਆਂ ਗੱਲਾਂ ਸਾਡੇ ਲਈ ਦੂਜੇ ਜਾਂ ਆਖਰੀ ਨੰਬਰ ਦੇ ਉੱਤੇ ਆ। ਪਰ ਜੇਕਰ ਅਸੀਂ ਕੋਈ ਦਿਨ ਪਹਿਲਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਜੇਕਰ ਉਹਦੀ ਤੁਲਨਾ ਅੱਜ ਦੇ ਨਾਲ ਕਰਕੇ ਵੇਖਦੇ ਹਾਂ ਤਾਂ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਚੇਤੇ ਦੇ ਵਿੱਚ ਉਮੜਨ ਲੱਗਦੇ ਆ। ਪਰ ਇੱਕ ਗੱਲ ਹੋਰ ਕਹਿਣੀ ਬਣਦੀ ਜਿਹੜੀ ਕਿ ਕਿਸਾਨ ਭਾਈਚਾਰੇ ਦੇ ਲਈ ਬੜੀ ਸਮਝਣ ਵਾਲੀ ਹੈ, ਬੜੀ ਜ਼ਰੂਰੀ ਹੈ। ਕਿਉਂਕਿ ਜਦੋਂ ਵੀ ਭਾਰਤ ਦੇ ਵਿੱਚ ਜਾਂ ਇਕੱਲੇ ਪੰਜਾਬ ਦੀ ਗੱਲ ਕਰਦੇ ਹਾਂ ਕੋਈ ਅੰਦੋਲਨ ਸਿਖਰ ਦੇ ਉੱਤੇ ਪਹੁੰਚ ਜਾਂਦਾ ਹੈ, ਉਹਦੇ ਵਿੱਚ ਸੰਨ ਲਾਉਣ ਵਾਲੇ ਲੋਕ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਘੁਸਪੈਠ ਕਰਾ ਦਿੱਤੀ ਜਾਂਦੀ ਹੈ। ਤੁਸੀਂ ਪੰਜਾਬ ਦੇ ਵਿੱਚ ਬਰਗਾੜੀ ਮੋਰਚੇ ਦਾ ਹਾਲ ਦੇਖ ਲਓ, ਕਿਵੇਂ ਸਿਖਰ ਦੇ ਉੱਤੇ ਪਹੁੰਚ ਗਿਆ ਸੀ, ਪਰ ਕੁਝ ਕਿ ਇਹੋ ਜਿਹੇ ਬੰਦੇ ਵਿੱਚ ਵਾੜੇ ਗਏ ਜਿਨ੍ਹਾਂ ਨੇ ਤਬਾਹ ਕਰਕੇ ਰੱਖ ਦਿੱਤਾ ਸਾਰਾ ਅੰਦੋਲਨ, ਤੇ ਬਰਗਾੜੀ ਵਾਲਾ ਮੋਰਚਾ ਹਵਾ ਦੇ ਬੁੱਲੇ ਵਾਂਗੂ ਕਿਹੜੇ ਪਾਸੇ ਗਿਆ ਅਜੇ ਤੱਕ ਸਮਝ ਨਹੀਂ ਲੱਗੀ। ਤੁਸੀਂ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਗੱਲ ਕਰ ਲਓ, ਕਿਸੇ ਵੇਲੇ ਇਹ ਲੱਗਦਾ ਸੀ ਕਿ ਮੈਂ ਵੀ ਅੰਨਾ ਤੂੰ ਵੀ ਅੰਨਾ, ਮੈਂ ਵੀ ਅੰਨਾ ਤੂੰ ਵੀ ਅੰਨਾ, ਸਾਰਾ ਭਾਰਤ ਹੀ ਗਾਉਂਦਾ ਸੀ, ਪਰ ਪਤਾ ਹੀ ਨਹੀਂ ਲੱਗਿਆ ਅੰਨਾ ਹਜ਼ਾਰੇ ਦਾ ਅੰਦੋਲਨ ਕਿੱਧਰ ਗਿਆ, ਕਿਉਂਕਿ ਉਹਦੇ ਵਿੱਚ ਵੀ ਕੁਝ ਕੁ ਲੋਕ ਇਹੋ ਜਿਹੇ ਵਾਰ ਦਿੱਤੇ ਗਏ ਸੀ। ਸੋ ਪੰਜਾਬ ਦੇ ਇਸ ਖੇਤੀ ਆਰਡੀਨੈਂਸ ਦੇ ਖਿਲਾਫ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ, ਕਿਸਾਨ ਭਾਈਚਾਰਾ ਜਿਹੜਾ ਉਹਦੇ ਵੱਲੋਂ ਤਾਂ ਖੇਤ ਮਜ਼ਦੂਰਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਅੰਦੋਲਨ ਪਹੁੰਚਾ ਦਿੱਤਾ ਗਿਆ, ਪਰ ਆਉਂਦੇ ਦਿਨਾਂ ਦੇ ਵਿੱਚ ਇਹਦੇ ਵਿੱਚ ਵੀ ਸੰਨ ਲੱਗਣੀ ਆ। ਇਸ ਕਰਕੇ ਕਿਸਾਨ ਭਾਈਚਾਰੇ ਨੂੰ ਸੁਜੱਗ ਰਹਿਣਾ ਪੈਣਾ, ਜੋਸ਼ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈਣਾ ਪੈਣਾ। ਪਰ ਕਿਉਂਕਿ ਜੇਕਰ ਇੱਕ ਵਾਰ ਕੋਈ ਗਲਤ ਅਨਸਰ ਵਾਰ ਦਿੱਤੇ ਗਏ ਤੇ ਜੇਕਰ ਉਹਨਾਂ ਨੇ ਇਸ ਅੰਦੋਲਨ ਦਾ ਮੋੜਾ ਹੀ ਹੋਰ ਪਾਸੇ ਨੂੰ ਕਟਵਾ ਦਿੱਤਾ ਤਾਂ ਬਾਅਦ ਦੇ ਵਿੱਚ ਇਹ ਅੰਦੋਲਨ ਵਾਰ-ਵਾਰ ਇੰਨੇ ਵੱਡੇ ਪੱਧਰ ਦੇ ਉੱਤੇ ਹੋਣਾ ਨਹੀਂ। ਗੱਲ ਕਿਸੇ ਦੇ ਵੱਲੋਂ ਅਸਤੀਫਾ ਦਿੱਤਾ ਜਾਵੇ, ਕੋਈ ਇਸ ਮਾਮਲੇ ਤੇ ਕੋਈ ਬਿਆਨ ਦੇਵੇ, ਸਾਰਿਆਂ ਦੀ ਨਜ਼ਰ ਹੈਗੀ ਹੈ 2022 ਦੀਆਂ ਚੋਣਾਂ ਦੇ ਉੱਤੇ। ਪਰ ਕਿਸਾਨੀ ਨੇ ਅੱਜ ਬਾਰੇ ਸੋਚਣਾ, ਕਿਸਾਨੀ ਅੱਜ ਡੁੱਬ ਚੁੱਕੀ ਹੈ। ਪੰਜਾਬ ਦੀ ਕਿਸਾਨੀ ਨੂੰ ਇਸ ਵਕਤ ਕੋਈ ਰਾਹ ਪੱਤਣ ਲੱਭਦਾ ਨਹੀਂ ਕਿ ਅਸੀਂ ਕਿਹੜੇ ਪਾਸੇ ਨੂੰ ਮੋੜ ਕੱਟਣਾ। ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵੱਲ ਝਾਤ ਮਾਰੋ, ਉਹ ਕਹਿੰਦੇ ਜੀ ਕਿ 2022 ਦੇ ਵਿੱਚ ਅਸੀਂ ਇਹ ਕਰਕੇ ਦਿਖਾਵਾਂਗੇ, 2022 ਦੇ ਵਿੱਚ ਅਸੀਂ ਉਹ ਕਰਕੇ ਦਿਖਾਵਾਂਗੇ। ਪਰ ਜਿਹੜਾ ਸਮਾਂ 2022 ਤੋਂ ਪਹਿਲਾਂ ਅੱਜ ਪਿਆ ਤੇ ਜਿਹੜਾ ਸਮਾਂ ਇਸ ਤੋਂ ਪਹਿਲਾਂ ਲੰਘ ਗਿਆ, ਉਦੋਂ ਕਿਸਾਨੀ ਦਾ ਕੀ ਬਣਿਆ ਤੇ ਅੱਜ ਕਿਸਾਨੀ ਦਾ ਕੀ ਬਣ ਰਿਹਾ, ਕਦੇ ਇਹਦੇ ਬਾਬਤ ਵੀ ਸੋਚਣਾ ਚਾਹੀਦਾ। ਸੋ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ
ਕਿ ਅੰਦੋਲਨ ਹੋਰ ਭਖਾਈਏ, ਪਰ ਹੁਣ ਇਹ ਅੰਦੋਲਨ ਭਖਾਉਣ ਦਾ ਬਹੁਤਾ ਫਾਇਦਾ ਇਸ ਕਰਕੇ ਵੀ ਨਹੀਂ ਹੋਣਾ ਕਿਉਂਕਿ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਏ, ਰਾਜ ਸਭਾ ਦੇ ਵਿੱਚ ਪੇਸ਼ ਕਰ ਦਿੱਤੇ ਜਾਣੇ ਆ। ਰਾਜ ਸਭਾ ਦੇ ਵਿੱਚ ਵੀ ਇਸ ਵਕਤ ਮਜ਼ਬੂਤ ਸਥਿਤੀ ਦੇ ਵਿੱਚ ਭਾਜਪਾ ਹੈਗੀ ਆ। ਇਸ ਕਰਕੇ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਉੱਥੇ ਵੀ ਇਹ ਬਿੱਲ ਪਾਸ ਹੋ ਜਾਣੇ ਆ। ਮਤਲਬ ਸੰਘਰਸ਼ ਆ ਜਿਹੜਾ ਉਹ ਹੋਰ ਤਿੱਖਾ ਹੋਣਾ ਚਾਹੀਦਾ ਤੇ ਇਸ ਸੰਘਰਸ਼ ਦੇ ਵਿੱਚ ਕਾਲੀਆਂ ਭੇਡਾਂ ਜਿਹੜੀਆਂ ਉਹ ਵੜਨ ਨਾ ਜਾਂ ਵਾਰਦਾਂ ਦਿੱਤੀਆਂ ਜਾਣ, ਇਹਦੇ ਵੱਲ ਵੀ ਖਿਆਲ ਰੱਖਣਾ ਪੈਣਾ। ਪਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਉੱਤੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਕਈ ਪਾਸਿਓਂ ਆ ਰਹੀਆਂ। ਭਾਰਤ ਦੀ ਸਰਕਾਰ ਲਗਾਤਾਰ ਇਹ ਗੱਲ ਕਹਿੰਦੀ ਹੈ, ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ, ਕਿ ਆਤਮ ਨਿਰਭਰ ਬਣੋ, ਪਰ ਆਤਮ ਨਿਰਭਰ ਦੀਆਂ ਹੋਰ ਹੀ ਉਦਾਹਰਨਾਂ ਪੇਸ਼ ਕੀਤੀਆਂ ਜਾਂਦੀਆਂ। ਕਦੇ ਖਬਰ ਆਉਂਦੀ ਹੈ ਜੀ ਕਿ ਏਅਰ ਇੰਡੀਆ ਨੂੰ ਵੇਚ ਦੇਣਾ, ਕਦੇ ਖਬਰ ਆਉਂਦੀ ਹੈ ਜੀ ਕਿ ਨਿੱਜੀਕਰਨ ਅਸੀਂ ਰੇਲਵੇ ਦਾ ਕਰ ਦੇਣਾ, ਕਦੇ ਖਬਰ ਆਉਂਦੀ ਹੈ ਜੀ ਕਿ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਰੇਲਵੇ ਸਟੇਸ਼ਨ ਆ ਉਹਨਾਂ ਦਾ ਨਿੱਜੀਕਰਨ ਹੋ ਜਾਣਾ, ਕਦੇ ਖਬਰ ਆਉਂਦੀ ਹੈ ਜੀ ਕਿ ਫਲਾਣੇ ਏਅਰਪੋਰਟ ਦਾ ਨਿੱਜੀਕਰਨ ਹੋ ਜਾਣਾ, ਕਦੇ ਖਬਰ ਆਉਂਦੀ ਹੈ ਜੀ ਡਾਕ ਵਿਭਾਗ ਦਾ ਨਿੱਜੀਕਰਨ ਹੋ ਜਾਣਾ। ਇਉਂ ਲੱਗਦਾ ਵੀ ਜਿਹੜਾ ਸਾਰਾ ਕੁਝ ਹੀ ਜੇਕਰ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ ਤਾਂ ਸਰਕਾਰ ਵੀ ਕਾਹਦੀ ਸਰਕਾਰੀ ਰਹਿ ਗਈ। ਆਉਂਦੇ ਸਮੇਂ ਦੇ ਵਿੱਚ ਇਹ ਵੀ ਕਹਿ ਦਿੱਤਾ ਜਾਵੇ ਕਿ ਫਲਾਣੀ ਕੰਪਨੀ ਹੈ ਜਿਹੜੀ ਉਹਦੇ ਕੋਲੇ ਭਾਰਤ 5 ਸਾਲ ਦੇ ਲਈ ਵੇਚ ਦਿੱਤਾ ਗਿਆ, ਉਹਨੇ ਹੁਣ ਸਾਰਾ ਕੁਝ ਮੈਨੇਜ ਕਰਨਾ। ਸਥਿਤੀਆਂ ਇਹ ਬਣੀਆਂ ਪਈਆਂ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਜਨਮ ਦਿਨ ਸੀ। ਦਲਾਈ ਲਾਮਾ ਤੋਂ ਲੈ ਕੇ ਕਈ ਹੋਰ ਨੇਤਾਵਾਂ ਦੇ ਵੱਲੋਂ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ, ਪਰ ਬਰਨਾਲੇ ਦੇ ਵਿੱਚ ਪਿੰਡ ਜੋਧਪੁਰ, ਉੱਥੇ ਮਿੱਟੀ ਦਾ ਕੇਕ ਬਣਾ ਕੇ ਕਈ ਨਾਲ ਵੱਢਿਆ ਗਿਆ ਤੇ ਲਾਹਨਤਾਂ ਵੀ ਪਾਈਆਂ ਗਈਆਂ। ਇਹ ਗੱਲ ਕਹੀ ਗਈ ਆ ਕਿ ਇਸ ਵਕਤ ਬੀਐਡ ਟੈਟ ਪਾਸ ਆ ਜਿਹੜੇ ਨੌਜਵਾਨ ਬੇਰੁਜ਼ਗਾਰ ਜਿਹੜੇ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ, ਨੌਕਰੀਆਂ ਖਤਮ ਹੋਈਆਂ ਪਈਆਂ, ਦੇਸ਼ ਦੇ ਵਿੱਚ ਮਹਿੰਗਾਈ ਸਿਖਰ ਦੇ ਉੱਤੇ ਆ, ਕਰੋਨਾ ਨੇ ਲੋਕਾਂ ਦਾ ਲੱਕ ਤੋੜਤਾ, ਨੋਟਬੰਦੀ ਨੇ ਤਬਾਹੀ ਠਾਤੀ ਆ, GST ਨੇ ਛੋਟਾ ਕਾਰੋਬਾਰ ਜਿਉਂਦਾ ਨਹੀਂ ਛੱਡਿਆ। ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਜਨਮ ਦਿਨ ਨੂੰ ਬੇਰੁਜ਼ਗਾਰਾਂ ਦੇ ਵੱਲੋਂ ਅੱਜ ਬੇਰੁਜ਼ਗਾਰੀ ਦਿਵਸ ਦੇ ਤੌਰ ਦੇ ਉੱਤੇ ਵੀ ਮਨਾਇਆ ਗਿਆ। ਇਹ ਵੀ ਪੱਖ ਆ। ਬਾਕੀ ਤਾਂ ਗੱਲਾਂ ਇਹ ਆ ਕਿ ਫਲਾਣੇ ਨੇ ਮੋਦੀ ਸਾਹਿਬ ਨੂੰ ਵਧਾਈ ਦਿੱਤੀ, ਦਲਾਈ ਲਾਮਾ ਨੇ ਵੀ ਦਿੱਤੀ, ਉਹਨੇ ਵੀ ਦਿੱਤੀ। ਉਹ ਵਧਾਈਆਂ ਦੇਣੀਆਂ ਉਹਨਾਂ ਲੋਕਾਂ ਨੇ ਜਿਹੜੇ ਲੋਕਾਂ ਦੇ ਕਾਰੋਬਾਰਾਂ ਦੇ ਉੱਤੇ, ਜਿਨ੍ਹਾਂ ਦੇ ਪੀਪੇ ਦੇ ਵਿੱਚ ਆਟੇ ਦੇ ਉੱਤੇ ਕੋਈ ਅਸਰ ਨਹੀਂ ਪਿਆ, ਜਿਨ੍ਹਾਂ ਦੇ ਪੀਪੇ ਦੇ ਵਿੱਚ ਆਟਾ ਹੈ ਨਹੀਂ, ਜਿਨ੍ਹਾਂ ਦੀ ਸ਼ੀਸ਼ੀ ਦੇ ਵਿੱਚ ਬੋਤਲ ਦੇ ਵਿੱਚ ਹੁਣ ਤੇਲ ਹੈ ਨਹੀਂ, ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਵਕਤ ਚੁੱਲ੍ਹਾ ਨਹੀਂ ਤਪ ਰਿਹਾ, ਜਿਨ੍ਹਾਂ ਦਾ ਬਿਜਲੀ ਦਾ ਬਿੱਲ ਦੇਣਾ ਔਖਾ ਹੋਇਆ ਪਿਆ, ਜਿਨ੍ਹਾਂ ਦੇ ਨਿਆਣਿਆਂ ਦੀ ਫੀਸ ਦੇਣੀ ਔਖੀ ਹੋਈ ਪਈ ਹੈ, ਬੁੱਢੀ ਮਾਂ ਦੀ ਐਨਕ ਬਣਾਉਣੀ ਔਖੀ ਪਈ ਹੈ, ਤੇ ਉਹਨਾਂ ਲੋਕਾਂ ਦੇ ਵੱਲੋਂ ਅੱਜ ਵਿਰੋਧ ਵੀ ਕੀਤਾ ਗਿਆ ਬੇਰੁਜ਼ਗਾਰੀ ਦਿਵਸ ਕਹਿ ਕੇ। ਪਰ ਜਿਹੜੀ ਨਵੀਂ ਖਬਰ ਆਈ ਹੈ ਕਿ ਇਸ ਲੋਕਡਾਊਨ ਦੇ ਵਿੱਚ ਕਿਸੇ ਦੇ ਲਈ ਇਹ ਬਹੁਤ ਵੱਡੇ ਨੁਕਸਾਨ ਦੀ ਗੱਲ ਆ, ਪਰ ਕਈ ਲੋਕਾਂ ਨੇ ਮੁਨਾਫਾ ਵੀ ਬਹੁਤ ਕਮਾਇਆ। ਅੱਜ ਹਰਦੀਪ ਸਿੰਘ ਪੁਰੀ ਜਿਹੜੇ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਦੱਸਿਆ ਜੀ ਕਿ ਅਸੀਂ ਇਸ ਲੋਕਡਾਊਨ ਦੇ ਵਿੱਚ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਦੇ ਤਹਿਤ ਕਿੰਨੇ ਪੈਸੇ ਕਮਾਏ ਆ। 2500 ਕਰੋੜ ਰੁਪਏ ਤੋਂ ਵੱਧ ਦਾ ਉਹਨਾਂ ਨੇ ਮੁਨਾਫਾ ਕੀਤਾ, ਯਾਨੀ ਕਿ ਕਮਾ ਲਿਆ। ਹਾਲਾਂ ਵੀ ਬੇਸ਼ੱਕ ਆਪਾਂ ਜਾਣਦੇ ਹਾਂ ਕਿ ਏਅਰ ਇੰਡੀਆ ਘਾਟੇ ਦੇ ਵਿੱਚ ਹੈ। ਮੈਨੂੰ 3 ਦਿਨ ਪਹਿਲਾਂ ਵਾਲਾ ਬਿਆਨ ਆ ਪੁਰੀ ਸਾਹਿਬ ਦਾ, ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਏਅਰ ਇੰਡੀਆ ਨੂੰ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ, ਵੇਚਣੀ ਹੀ ਪੈਣੀ ਆ, ਅੱਜ ਨਹੀਂ ਤਾਂ ਕੱਲ੍ਹ ਸਾਡੇ ਹੱਥ ਖੜੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੌਮਾਂਤਰੀ ਉਡਾਣਾਂ ਦੇ ਉੱਤੇ ਪਾਬੰਦੀ ਹੋਣ ਦੇ ਵਿਚਕਾਰ ਵੰਦੇ ਭਾਰਤ ਮਿਸ਼ਨ ਤਹਿਤ ਰਾਸ਼ਟਰੀ ਜਹਾਜ਼ ਕੰਪਨੀ ਨੇ ਚੰਗਾ ਮਾਲੀਆ ਹਾਸਲ ਕੀਤਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਨੇ 31 ਅਗਸਤ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਚੱਲ ਰਹੀਆਂ ਉਡਾਣਾਂ ਤੋਂ 2556 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਰਕੇ ਭਾਰਤ ਦੇ ਵਿੱਚ 23 ਮਾਰਚ ਤੋਂ ਨਿਰਧਾਰਤ ਕੌਮਾਂਤਰੀ ਯਾਤਰੀ ਉਡਾਣਾਂ ਦੇ ਉੱਤੇ ਪਾਬੰਦੀ ਜਾਰੀ ਹੈ। ਹਾਲਾਂਕਿ ਸਰਕਾਰ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਫਸੇ ਲੋਕਾਂ ਨੂੰ ਵਿਸ਼ੇਸ਼ ਉਡਾਣਾਂ ਦੇ ਰਾਹੀਂ ਮੰਜ਼ਿਲ ਦੇ ਉੱਤੇ ਪਹੁੰਚਾਉਣ ਦੇ ਲਈ 6 ਮਈ ਤੋਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੋਇਆ। ਇਸ ਤੋਂ ਇਲਾਵਾ ਏਅਰ ਬਬਲ ਕਰਾਰ ਤਹਿਤ ਵੀ ਉਡਾਣਾਂ ਹੁਣ ਚੱਲ ਰਹੀਆਂ ਨੇ। ਪੁਰੀ ਨੇ ਰਾਜ ਸਭਾ ਦੇ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਦੇ ਵਿੱਚ ਕਿਹਾ 31/8/2020 ਤੱਕ ਏਅਰ ਇੰਡੀਆ ਸਮੂਹ ਦੀਆਂ ਆਉਣ ਜਾਣ ਵਾਲੀਆਂ ਵਿਸ਼ੇਸ਼ ਉਡਾਣਾਂ ਦੀ ਕੁੱਲ ਗਿਣਤੀ 4505 ਰਹੀ ਹੈ। ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ 31 ਅਗਸਤ ਤੱਕ ਵਾਪਸ ਲਿਆਂਦੇ ਗਏ ਲਗਭਗ 11 ਲੱਖ ਭਾਰਤੀ ਨਾਗਰਿਕਾਂ ਦੇ ਵਿੱਚੋਂ ਲਗਭਗ 4 ਲੱਖ ਯਾਤਰੀ ਏਅਰ ਇੰਡੀਆ ਗਰੁੱਪ ਦੀਆਂ ਉਡਾਣਾਂ ਦੇ ਵਿੱਚ ਭਾਰਤ ਆਏ ਨੇ। ਇਸ ਤੋਂ ਇਲਾਵਾ ਏਅਰ ਇੰਡੀਆ ਗਰੁੱਪ ਨੇ ਲਗਭਗ 1.9 ਲੱਖ ਯਾਤਰੀਆਂ ਨੂੰ ਭਾਰਤ ਤੋਂ ਉਹਨਾਂ ਦੀ ਵਿਦੇਸ਼ ਦੇ ਵਿੱਚ ਮੰਜ਼ਿਲ ਤੱਕ ਪਹੁੰਚਾਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਏਅਰ ਇੰਡੀਆ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਮਾਈ ਕੀਤੀ ਗਈ ਹੈ ਉਹਦੇ ਵਿੱਚ ਵੀ ਬਹੁਤ ਵੱਡਾ ਝੋਲ ਹੈਗਾ। ਲੋਕਾਂ ਨੂੰ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਅਸੀਂ 3 ਗੁਣਾ ਮਹਿੰਗੀ ਟਿਕਟ ਕਿਉਂ ਕਰ ਦਿੱਤੀ ਹੈ, ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਅਸੀਂ ਇੱਕ ਵਿਚਕਾਰਲੀ ਕੁਰਸੀ ਖਾਲੀ ਛੱਡਾਂਗੇ, ਇੱਕ ਸੀਟ ਖਾਲੀ ਛੱਡਾਂਗੇ ਜਹਾਜ਼ ਦੇ ਵਿੱਚ। ਪਰ ਜਿਹੜੇ ਵੀ ਲੋਕਾਂ ਨੇ ਸਮੇਤ ਸਾਡੇ ਸਫ਼ਰ ਕੀਤਾ ਵੰਦੇ ਭਾਰਤ ਮਿਸ਼ਨ ਦੀਆਂ ਫਲਾਈਟਸ ਦੇ ਵਿੱਚ, ਉਹਨਾਂ ਲੋਕਾਂ ਦਾ ਇਹ ਕਹਿਣਾ ਤੇ ਅਸੀਂ ਆਪਣੇ ਅੱਖੀਂ ਵੀ ਦੇਖਿਆ ਤੇ ਅਸੀਂ ਉੱਥੇ ਸਭ ਕੁਝ ਹੰਡਾਇਆ ਵੀ ਇੱਕ ਵੀ ਕੁਰਸੀ ਖਾਲੀ ਨਹੀਂ ਸੀ ਛੱਡੀ ਗਈ। ਜੇ ਮੰਨ ਲਓ ਇੱਕ ਪਾਸੇ 3 ਸੀਟਾਂ 3 ਦੇ ਉੱਤੇ ਲੋਕ ਬੈਠੇ ਆ, ਇੱਕ ਪਾਸੇ 2 ਸੀਟਾਂ 2 ਦੇ ਉੱਤੇ ਲੋਕ ਬੈਠੇ ਆ, ਯਾਨੀ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਸੀ ਕਿ ਅਸੀਂ ਟਿਕਟ ਮਹਿੰਗੀ ਕਿਉਂ ਕੀਤੀ ਹੈ। ਕਮਾਈ 2500 ਕਰੋੜ ਰੁਪਏ ਤੋਂ ਵੱਧ ਨਹੀਂ ਇਸ ਕਰਕੇ ਹੋਈ ਆ, ਹੋਰ ਕੋਈ ਕਾਰਨ ਨਹੀਂ। ਲੋਕਾਂ ਦੀ ਮਜਬੂਰੀ ਦਾ ਰੱਜ ਕੇ ਫਾਇਦਾ ਚੁੱਕਿਆ ਗਿਆ।
ਲੋਕਾਂ ਦੇ ਕੋਲੇ ਪੈਸੇ ਹੈ ਨਹੀਂ ਸੀ, ਲੋਕ ਵੱਖ-ਵੱਖ ਥਾਵਾਂ ਤੇ ਫਸ ਗਏ। ਕੋਈ ਬਾਹਰਲੇ ਆਏ ਇੱਧਰ ਫਸ ਗਏ, ਕੋਈ ਇੱਧਰੋਂ ਗਏ ਬਾਹਰ ਫਸ ਗਏ। ਇਸ ਕਰਕੇ ਉਹਨਾਂ ਨੂੰ ਮਹਿੰਗੇ ਭਾਅ ਦੇ ਉੱਤੇ ਟਿਕਟਾਂ ਖਰੀਦਣੀਆਂ ਪਈਆਂ, ਉਹਨਾਂ ਦਾ ਸਰਦਾ ਨਹੀਂ ਸੀ। ਸੋ ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਏਅਰ ਇੰਡੀਆ ਘਾਟੇ ਦੇ ਵਿੱਚ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਏਅਰ ਇੰਡੀਆ ਵਿਕਣ ਦੇ ਉੱਤੇ ਲਾਈ ਹੈ, ਜਦੋਂ ਬਾਕੀ ਸਾਰੀਆਂ ਏਅਰਲਾਈਨ ਇਸ ਵਕਤ ਠਾਪਾ ਕੰਮ, ਜਦੋਂ ਜਹਾਜ਼ ਖੜੇ ਆ। ਸੋ ਉਸ ਵਕਤ ਵੀ ਏਅਰ ਇੰਡੀਆ ਨੇ ਕਮਾਈ ਕੀਤੀ ਹੈ, ਪਰ ਇਸ ਕਮਾਈ ਦਾ ਅਰਥ ਕੋਈ ਨਹੀਂ ਗਾ, ਕਿਉਂਕਿ ਹਾਲੇ ਵੀ ਪੁਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਏਅਰ ਇੰਡੀਆ ਨੂੰ ਚਲਾਉਣ ਦੀ ਤੁੱਕ ਕੋਈ ਨਹੀਂ ਬਣਦੀ ਤੇ ਨਾ ਹੀ ਸਾਡੇ ਕੋਲੇ ਇੰਨੇ ਵਸੀਲੇ ਹੈਗੇ ਆ। ਏਅਰ ਇੰਡੀਆ ਇਸ ਵਕਤ ਲੱਖਾਂ ਕਰੋੜ ਦੇ ਘਾਟੇ ਦੇ ਵਿੱਚ ਹੈ। ਸੋ ਇਹ ਘਾਟਾ ਪਿਆ ਵੀ ਆਪਣੀਆਂ ਨੀਤੀਆਂ ਦੇ ਕਰਕੇ ਆ। ਜੇਕਰ ਚਾਹੁੰਦੇ ਤਾਂ ਇਹਨੂੰ ਘਾਟੇ ਦੇ ਵਿੱਚੋਂ ਉਭਾਰਿਆ ਜਾ ਸਕਦਾ ਸੀ, ਪਰ ਉਭਾਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਹੋਵੇ ਉਹ ਖਤਮ ਕਰਨ ਦੇ ਵੱਲ ਆ, ਉਹਦੀ ਥਾਂ ਦੇ ਉੱਤੇ ਨਿੱਜੀ ਅਦਾਰੇ ਖੜੇ ਕੀਤੇ ਗਏ ਆ। ਤੁਸੀਂ ਸਰਕਾਰੀ ਬੱਸਾਂ ਦੀ ਗੱਲ ਕਰ ਲਓ, ਉਹ ਖਾਲੀ ਜਾਂਦੀਆਂ। ਤੁਸੀਂ ਨਿੱਜੀ ਬੱਸਾਂ ਦੀ ਗੱਲ ਕਰ ਲਓ, ਉਹ ਭਰੀਆਂ ਜਾਂਦੀਆਂ। ਉਸੇ ਤਰੀਕੇ ਦੇ ਨਾਲ ਏਅਰਲਾਈਨ ਕੰਪਨੀਆਂ, ਸਰਕਾਰੀ ਏਅਰਲਾਈਨ ਦਾ ਬੁਰਾ ਹਾਲ ਆ, ਕਿਉਂਕਿ ਲੋਕ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਜਿਹੋ ਜਿਹਾ ਏਅਰ ਇੰਡੀਆ ਦੀ ਫਲਾਈਟ 'ਚ ਬਹਿ ਗਏ, ਜਿਹੋ ਜਿਹਾ ਰੋਡਵੇਜ਼ ਦੀ ਬੱਸ 'ਚ ਬਹਿ ਗਏ। ਸੋ ਇਹਨਾਂ ਗੱਲਾਂ ਦੀ ਜੋ ਧਾਰਨਾ ਬਣੀ ਆ ਉਹਨੂੰ ਖਤਮ ਕੀਤਾ ਜਾ ਸਕਦਾ ਸੀ, ਪਰ ਕੀਤਾ ਨਹੀਂ ਗਿਆ। ਬਾਕੀ ਵਕਤ ਦੱਸੂਗਾ ਏਅਰ ਇੰਡੀਆ ਕਦੋਂ ਵਿਕਦੀ ਆ, ਪਰ ਉਹਦਾ ਕਹਿੰਦੇ ਆ ਵੀ ਗਾਹਕ ਨਹੀਂ ਲੱਭਦਾ। ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਗੱਲ ਛਿੜ ਪਈ ਹੈ ਕਿ ਕੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਟੁੱਟ ਜੂ ਜਾਂ ਇਹ ਬਰਕਰਾਰ ਰਹੂ। ਜਿਵੇਂ ਕਿ ਅਸੀਂ ਪਹਿਲੀ ਖਬਰ ਦੇ ਵਿੱਚ ਮੁੱਢ ਦੇ ਵਿੱਚ ਗੱਲ ਕਹੀ ਹੈ ਕਿ ਇਹ ਗੱਠਜੋੜ ਬਰਕਰਾਰ ਰਹੂਗਾ ਇੱਕ ਸ਼ਰਤ ਦੇ ਉੱਤੇ ਕਿ ਅਸੀਂ ਬਾਹਰੋਂ ਸਮਰਥਨ ਦਿੰਦੇ ਆ। ਪਰ ਅਕਾਲੀ ਦਲ ਦੇ ਵਿੱਚੋਂ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ। ਹੁਣੇ ਤਾਜ਼ਾ ਖਬਰ ਆਈ ਹੈ ਕਿ ਵੱਖ-ਵੱਖ ਅਕਾਲੀ ਆਗੂਆਂ ਨੇ ਕਿਹਾ ਕਿ ਸਾਨੂੰ ਹੁਣ ਭਾਜਪਾ ਦੇ ਨਾਲੋਂ ਨਾਤਾ ਹੀ ਤੋੜ ਲੈਣਾ ਚਾਹੀਦਾ, ਕਿਉਂਕਿ ਜਦੋਂ ਹੁਣ ਬਿੱਲ ਪਾਸ ਹੋ ਗਿਆ, ਜਦੋਂ ਭਾਜਪਾ ਨੇ ਆਪਣੀ ਹਰਕਤ ਕਰ ਦਿੱਤੀ ਹੈ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ, ਜਦੋਂ ਉਹਨਾਂ ਨੇ ਪੰਜਾਬ ਦੀ ਕਿਸਾਨੀ ਬਾਰੇ ਸੋਚਿਆ ਕੁਝ ਨਹੀਂ, ਤਾਂ ਇਹ ਤਾਂ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਪੰਜਾਬ ਦੇ ਕਿਸਾਨ ਭਾਜਪਾ ਨੂੰ ਮੂੰਹ ਲਾਉਣਗੇ। ਉਲਟਾ ਗੱਲ ਇਹ ਆ ਵੀ ਜਿਹੜੀ ਵੀ ਪਾਰਟੀ ਨਾਲ ਜੁੜ ਕੇ ਅੱਗੇ ਚੱਲੂਗੀ, ਕਿਸਾਨ ਉਹਦਾ ਵੀ ਵਿਰੋਧ ਕਰਨਗੇ। ਇਸ ਕਰਕੇ ਮਨਪ੍ਰੀਤ ਸਿੰਘ ਇਆਲੀ ਤੇ ਕੁਝ ਕੁ ਹੋਰ ਅਕਾਲੀ ਨੇਤਾਵਾਂ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਸਾਨੂੰ ਰਿਸ਼ਤਾ ਵੀ ਤੋੜ ਦੇਣਾ ਚਾਹੀਦਾ। ਨੌ ਤੇ ਮਾਸ ਵਾਲਾ, ਪਤੀ ਤੇ ਪਤਨੀ ਵਾਲਾ ਰਿਸ਼ਤਾ ਹੁਣ ਖਤਮ ਕਰਨ ਦਾ ਵੇਲਾ ਆ ਗਿਆ। ਬਾਕੀ ਵਕਤ ਦੱਸੂ ਇਹ ਤੋੜ ਵਿਛੋੜਾ ਪੱਕੇ ਤੌਰ ਦੇ ਉੱਤੇ ਹੁੰਦਾ ਕਿ ਨਹੀਂ ਹੁੰਦਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਪਾਰਟੀ ਨੂੰ ਹੁਣ ਗੱਠਜੋੜ ਵੀ ਤੋੜ ਦੇਣਾ ਚਾਹੀਦਾ। ਗੱਲਬਾਤ ਕਰਦਿਆਂ ਮਨਪ੍ਰੀਤ ਇਆਲੀ ਨੇ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਸਟੈਂਡ ਲੈਣ ਤੋਂ ਗੁਰੇਜ਼ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਹ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਸਨ ਤੇ ਹੁਣ ਵੀ ਉਹਨਾਂ ਦਾ ਸਟੈਂਡ ਇਸ ਪ੍ਰਤੀ ਸਪਸ਼ਟ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਭਾਜਪਾ ਨਾਲੋਂ ਹੁਣ ਗੱਠਜੋੜ ਤੋੜ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਕਈ ਕਿਸਮ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਕਾਲੀ ਦਲ ਤੇ ਭਾਜਪਾ ਗੱਠਜੋੜ ਪਹਿਲਾਂ ਵੀ ਕਈ ਵਾਰ ਟੁੱਟਦਾ ਬਚਿਆ, ਪਰ ਲੋੜ ਦੇ ਸੌਦੇ ਆ ਰਾਜਨੀਤੀ ਦੇ ਵਿੱਚ। ਇਹ ਕੋਈ ਸਮਰਪਣ ਵਾਲੀ ਗੱਲ ਤਾਂ ਹੈ ਨਹੀਂ। ਸਮਰਪਣ ਵਾਲੀ ਗੱਲ ਹੁੰਦੀ ਤਾਂ ਹੁਣ ਤੱਕ ਅਕਾਲੀ ਦਲ ਦੇ ਕਹਿਣ ਦੇ ਉੱਤੇ ਭਾਜਪਾ ਨੇ ਵੀ ਗੱਲ ਮੰਨ ਲੈਣੀ ਸੀ ਵੀ ਹਾਂ ਤੁਸੀਂ ਸਾਡੀ ਕਦਰ ਕਰਦੇ ਜੇਕਰ ਤਾਂ ਅਸੀਂ ਫਿਰ ਇਸ ਆਰਡੀਨੈਂਸ ਨੂੰ ਨਹੀਂ ਲੈ ਕੇ ਆਉਂਦੇ, ਅਸੀਂ ਇਹਦੇ ਉੱਤੇ ਕਾਂਟਾ ਫੇਰ ਦਿੰਦੇ ਆ। ਪਰ ਉਹਨਾਂ ਨੇ ਵੀ ਗੱਲ ਨਹੀਂ ਮੰਨੀ। ਇਹਦਾ ਮਤਲਬ ਉਹਨਾਂ ਦਾ ਵੀ ਸਰਦਾ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਅਕਾਲੀ ਦਲ ਸਾਡੇ ਨਾਲ ਆ ਜਾਂ ਸਾਡੇ ਖਿਲਾਫ ਆ। ਸੋ ਇਸ ਕਰਕੇ ਅਕਾਲੀ ਦਲ ਬਾਦਲ ਨੂੰ ਆਉਂਦੇ ਸਮੇਂ ਦੇ ਵਿੱਚ ਆਸ ਹੈ ਇਸ ਗੱਲ ਦੀ ਵੀ ਫੈਸਲਾ ਲੈਣਾ ਹੀ ਪੈਣਾ। ਕੋਰ ਕਮੇਟੀ ਦੀ ਮੀਟਿੰਗ ਕਰਕੇ ਲੈ ਲੈਣ ਜਾਂ ਪਹਿਲਾਂ ਜਾਂ ਬਾਅਦ ਦੇ ਵਿੱਚ ਲੈ ਲੈਣ ਕਿ ਅਸੀਂ ਰਿਸ਼ਤਾ ਰੱਖਣਾ ਕਿ ਨਹੀਂ ਰੱਖਣਾ। ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬ ਦੇ ਵਿੱਚ ਭਾਜਪਾ ਦੇ ਨੇਤਾ ਜਿਹੜੇ ਉਹ ਲਗਾਤਾਰ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਦਾ ਕੰਮ ਕਰ ਰਹੇ ਆ। ਕਦੇ ਤਰਨ ਚੁੱਗ ਹੋਰੀ ਕੁਝ ਕਹਿੰਦੇ ਆ, ਕਦੇ ਇੱਥੇ ਕੋਈ ਹੋਰ ਭਾਜਪਾਈ ਨੇਤਾ ਕਹਿੰਦਾ। ਉਹ ਇਹ ਗੱਲ ਕਹਿੰਦੇ ਜੀ ਕਿ ਹੁਣ ਉਹ ਵੇਲਾ ਆ ਗਿਆ ਜਦੋਂ ਅਸੀਂ ਇਕੱਲੇ ਤੌਰ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੱਗੇ। ਅੱਜ ਤਰਨ ਚੁੱਗ ਹੋਰਾਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਨੁਕਸਾਨਦਾਇਕ ਨਹੀਂ, ਸਮਝਾਉਣਾ ਪੈਣਾ। ਪਰ ਉਹਨਾਂ ਨੇ ਵੀ ਗੱਲ ਕਹੀ ਆ ਕਿ ਕਿਸਾਨ ਪੱਖੀ ਆ। ਭਾਜਪਾ ਹਾਲੇ ਵੀ ਇਹ ਗੱਲ ਕਹਿ ਰਹੀ ਆ ਕਿ ਇਹ ਜਿਹੜੇ ਆਰਡੀਨੈਂਸ ਆ ਇਹ ਕਿਸਾਨ ਪੱਖੀ ਆ। ਪਰ ਦੂਜੀ ਗੱਲ ਇਹ ਆ ਕਿ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਰਿਸ਼ਤਾ ਤੋੜ ਕੇ ਹੀ ਹੁਣ ਸਾਰਾ ਕੁਝ ਮਸਲਾ ਹੱਲ ਹੋਣਾ, ਨਹੀਂ ਤਾਂ ਨਹੀਂ। ਪਰ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਸਵਾਲ ਕੀਤੇ ਜੀ ਕਿ ਵਿਚਲਾ ਮਾਜਰਾ ਕੀ ਆ। ਅਸਲ ਦੇ ਵਿੱਚ ਜਿਹੜੇ ਇਹ ਖੇਤੀ ਆਰਡੀਨੈਂਸ ਲਿਆਂਦੇ ਗਏ ਆ ਇਹਦੇ ਵਿੱਚ ਇਹ ਵੀ ਗੱਲ ਸ਼ਾਮਲ ਹੈਗੀ ਆ ਕਿ ਜਿਹੜੀਆਂ ਮੰਡੀਆਂ ਇਹਨਾਂ ਦਾ ਭੋਗ ਪਾ ਦਿੱਤਾ ਜਾਵੇ। ਜੇਕਰ ਮੰਡੀਆਂ ਦਾ ਭੋਗ ਪੈ ਜਾਂਦਾ, ਹੁਣ ਤਾਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਤੁਸੀਂ ਕਿਤੇ ਵੀ ਆਪਣੀ ਫਸਲ ਜਾ ਕੇ ਵੇਚ ਸਕਦੇ ਹੋ। ਪਹਿਲਾਂ ਹੋ ਸਕਦਾ 2000 ਰੁਪਈਆ ਕੁਇੰਟਲ ਦੀ ਥਾਂ ਦੇ ਉੱਤੇ 2500 ਰੁਪਈਆ ਕੁਇੰਟਲ ਵੀ ਮਿਲ ਜੇ। ਪਰ ਜਦੋਂ ਆੜਤੀਏ ਦਾ ਕੰਮ ਹੀ ਭੋਗ ਪੈ ਗਿਆ, ਜਦੋਂ ਮੰਡੀਕਰਨ ਦਾ ਭੋਗ ਪੈ ਗਿਆ, ਉਸ ਤੋਂ ਬਾਅਦ ਹੋ ਸਕਦਾ ਨਿੱਜੀ ਕੰਪਨੀਆਂ ਜਿਹੜੀਆਂ ਉਹ ਤੁਹਾਨੂੰ ਕਹਿਣ ਕਿ 2000 ਰੁਪਈਆ ਕੁਇੰਟਲ ਨਹੀਂ, ਅਸੀਂ ਤਾਂ 1200 ਰੁਪਈਆ ਕੁਇੰਟਲ ਤੁਹਾਡੀ ਫਸਲ ਚੱਕਣੀ ਆ।
ਮਜਬੂਰੀ ਦੇ ਵਿੱਚ ਕਿਸਾਨ ਨੂੰ ਚੁਕਾਉਣੀ ਪੈਣੀ ਆ। MSP ਹੁਣੇ ਗੱਲ ਕਹਿੰਦੇ ਖਤਮ ਨਹੀਂ ਹੋਣੀ, ਪਰ ਘੱਟੋ ਘੱਟ ਸਮਰਥਨ ਮੁੱਲ ਫਸਲਾਂ ਦਾ ਖਤਮ ਹੋ ਜਾਣਾ, ਇਹਦੇ ਬਾਬਤ ਵੀ ਕਨਸੂਆਂ ਪ੍ਰਾਪਤ ਹੋ ਰਹੀਆਂ। ਸੋ ਭਾਰਤ ਦੀ ਖਾਸ ਕਰਕੇ ਪੰਜਾਬ ਦੀ ਜਿਹੜਾ ਕਿ ਦੇਸ਼ ਦਾ ਢਿੱਡ ਭਰਦਾ ਕਿਸਾਨੀ ਜਦੋਂ ਹੁਣ ਸੰਕਟ ਦੇ ਵਿੱਚ ਪਹਿਲਾਂ ਹੀ ਆ, ਤੇ ਉਹ ਇਹਨਾਂ ਬਿੱਲਾਂ ਦੇ ਕਰਕੇ ਹੋਰ ਸੰਕਟ ਦੇ ਵਿੱਚ ਜੇਕਰ ਪੈ ਗਈ ਤਾਂ ਪੂਰੇ ਪੰਜਾਬ ਦਾ ਨੁਕਸਾਨ ਹੋਣਾ, ਇਹ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੋਣਾ, ਕਿਉਂਕਿ ਇੱਕ ਇੱਕ ਕਿਸਾਨ ਆ ਜਿਹੜਾ ਉਹ ਕਈ ਕਾਰੋਬਾਰਾਂ ਨੂੰ ਚਲਾਉਣ ਦੇ ਵਿੱਚ ਯੋਗਦਾਨ ਪਾਉਂਦਾ। ਭਾਵੇਂ ਲਾਲੇ ਦੀ ਹੱਟੀ ਹੋਵੇ, ਭਾਵੇਂ ਵਿਆਹ ਦੇ ਲਈ ਮੈਰਿਜ ਪੈਲਸ ਹੋਵੇ, ਭਾਵੇਂ ਕੋਈ ਹੋਰ ਕਾਰੋਬਾਰ ਹੋਵੇ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਮੁੱਖ ਰੱਖਣੀਆਂ ਚਾਹੀਦੀਆਂ। ਸੋ ਵਕਤ ਦੱਸੂਗਾ ਅਕਾਲੀ ਦਲ ਤੇ ਭਾਜਪਾ ਗੱਠਜੋੜ ਦਾ ਨਹੁੰ ਤੇ ਮਾਸ ਵਾਲਾ ਰਿਸ਼ਤਾ ਜਿਹੜਾ ਇਹ ਕਿਹੜੀ ਥਾਂ ਦੇ ਉੱਤੇ ਜਾਂਦਾ, ਟੁੱਟਦਾ ਜਾਂ ਜੁੜਿਆ ਰਹਿੰਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।